अस्सलाम वालेकुम ख़वातीन और हज़रात, शुरू करते हैं आज का हस्बे हाल। मैं हूं जिसका मेज़बान जुनैद सलीम। इन शो के आगाज़ में ही आपको लिए चलता हूं गाँव की पंचायत में, जहां काश्तकारों को दरपेश मसाइल पर बहस जारी है। जी क्या जी बहस कादी होनी है जुनैद साहब, मसला ही एक बने खाद दा। खाद अब होना तुही जिस तरह बच्चा दूध के बगैर नहीं रह सकता, इसी तरह किसान खाद के बगैर नहीं रह सकता। बिल्कुल सही किया। फसल को खाद चाहिए जुनैद साहब, और खाद जो है वो चोर चक्कों के हथे चढ़ गई है। गवर्नमेंट जो है वो ध्यान नहीं दे रही। जुनैद साहब वेखना तुही कि 1768 रुपए रेट मुकर्रर किया जे गवर्नमेंट ने खाद दी बोरी दा, ते 2600 2650 2700 जिथे जिदा दाल लगदा बेची जान डे ने। ते इन्हां नूं किधरे फड़ के ते तुनो जेलां च जो करन डे ने किसानां बेचारियां ना। साहब आप अपने गांव की सतह पे तो कुछ करें ना। ये ते नाल रले ने। मैनू तो एक बंदे दसिया 10 ਜਿਹੜੀ ਸੱਚੇ ਅੱਲਾ ਰੱਬ ਨੂੰ ਜਾਣ ਦੇਣੀ ਹੈ, ਜਿਹੜੀ ਸਾਨੂੰ 10 ਪਈ ਉਹ ਤੇ ਇਹ ਕਿ ਚੌਰੀ ਸਾਹਿਬ ਨੇ ਅੰਦਰ ਸਟਾਕ ਕੀਤੀ ਇਹਨੇ ਪੂਰੀ। ਰੰਗ ਅਸੀਂ ਫਸਲਾਂ 'ਚ ਕਾਲਾ ਕੀਤਾ ਹੈ, ਇਹ ਸਾਰਾ ਅਸੀਂ ਜ਼ਿਮੀਂਦਾਰਾ ਕੀਤਾ, ਤਦ ਸਾਡੇ ਰੰਗ ਹੋਇਆ ਰਾਣੇ ਦਾ। ਰਾਣਾ ਸਾਹਿਬ ਤੇ ਮਾਸ਼ਾਅੱਲਾ 24 ਘੰਟੇ ਤੁਹਾਨੂੰ ਪਤਾ ਮਿਹਨਤੀ ਆਦਮੀ ਨੇ, ਬੜੇ ਰਹਿੰਦੇ ਨੇ ਕਈ ਫੜ ਕੇ ਤੇ ਖੇਤਾਂ 'ਚ ਹੀ फसलां अपनियां माशाअल्लाह हुण ते लाला लाला होई पई। आपको किसने कहा था सिंगाड़ा काश्त करे? नहीं जी नहीं, कणक बीजी हने किन्नी लथी ऐतकी फसल 20 किलो। चाचा अल्लाह दा 23 किलो। हां 23 किलो लथी जे। रब दी रहमत नाल जुनैद साहब राणा साहब दे घर दे पिछले पासे ही माशाअल्लाह 6-7 मरले थां पई ही, ਉਹ ਵਿੱਚੋਂ ਨਾਲੀ ਲੰਘਦੀ ਸੀ ਨਾ ਤੇ ਕੋਈ ਉਹਦੇ ਵੱਲ ਧਿਆਨ ਹੀ ਨਹੀਂ ਦਿੰਦਾ। ਤੇ ਰਾਣਾ ਤੁਹਾਨੂੰ ਪਤਾ ਨਾਲੀਆਂ ਦਾ ਬਾਦਸ਼ਾਹ ਹੈ। ਮੇਰਾ ਮਤਲਬ ਹੈ ਕਿ ਰਾਣਾ ਤੇ ਮਿਹਨਤ ਕਸ਼ ਆਦਮੀ, ਉਹਨੇ ਕਿਹਾ ਇਹਨੂੰ ਮੈਂ ਫੌਰਨ ਪੂਰ ਲੈਣਾ, ਨਾਲੀ ਨੂੰ ਪੂਰ ਛੱਡਣਾ। ਮੈਂ ਤੇ ਚਾਚਾ ਮੈਂ ਇੱਥੇ ਇਹੋ ਜਿਹੀ ਕੱਢਣੀ ਆ ਕਣਕ ਕੇ ਲੋਕਾਂ ਹੈਰਾਨ ਰਹਿ ਜਾਣਾ। ਤੇ ਉਹੀ ਗੱਲ ਹੋਈ ਜਿਵੇਂ ਹੁਣ ਮਾਸ਼ਾਅੱਲਾ 23 ਕਿਲੋ ਪੂਰੀ ਲੱਥੀ ਜੇ। ਆ ਨਾ ਰਾਣਾ ਸਾਹਿਬ ਵਿੱਚ ਤੁਸੀਂ ਜਿਹੜੀ ਗਾਂ ਬੰਨਦੇ ਉਹਨਾਂ ਨੂੰ ਕਰਦੇ, ਅਗਰ ਉਹ ਵੀ ਨਾ ਬੰਨੋ ਤੇ ਹੋਰ 4-5 ਕਿਲੋ ਵੱਧ ਸਕਦੇ ਜੇ ਦਾਣੇ। ਚਾਚਾ ਜੀ ਗਾਂ ਨਾ ਬਣੀ ਹੈ ਤੇ ਕਾਹਦੇ ਰਾਣੇ? ਗਾਂ ਵੀ ਤੁਹਾਡੀ ਦਵਾ ਨਾ ਬਾਊ ਜੀ ਸਾਡੀ ਅੰਨੀ ਹੈ ਦੋਵਾਂ ਅੱਖਾਂ ਤੋਂ, ਤੇ ਅੰਨੇ ਬਾਅਦ ਦੁੱਧ ਦਿੰਦੀ। ਓਏ ਯਾਰ ਨਹੀਂ ਉਹ ਜਿਹਦੇ ਸਾਈਵਾਲ ਦੀ ਗਾਂ ਜੇ ਜੁਨੈਦ ਸਾਹਿਬ, ਸਾਈਵਾਲ ਤੇ ਕਿਧਰੇ ਵੱਜੀ ਹਜੇ ਗਲੀ 'ਚ ਜਿਨ੍ਹਾਂ ਕੋਲੋਂ ਲਈ ਅਸਾਂ, ਤੇ ਉੱਤੋਂ ਕੋਠੇ ਤੋਂ ਗੇੜ ਕੋਈ ਸ਼ਾਇਦ ਸੁੱਟੀ ਲੋਹੇ ਦੀ ਤੇ ਗਾਂ ਦੇ ਮੱਥੇ ਤੇ ਵੱਜੀ ਤੇ ਦੋਵੇਂ ਅੱਖਾਂ ਉਹਦੀਆਂ ਰਹਿ ਗਈਆਂ। ਤੇ ਰਾਣਾ ਸਾਹਿਬ ਨੇ ਕਿਹਾ ਚਲੋ ਆਹ ਕਿਹੜੀ ਮੇਲੇ 'ਚ ਦੜਾਉਣੀ ਏ, ਦੁੱਧ ਹੀ ਚੋਣਾ ਨਾ, ਦੁੱਧ ਵਾਕਈ ਫਿਰ ਉਹਨੇ ਵਾਹ ਹੀ ਦਿੱਤਾ ਜੀ। ਜੁਨੈਦ ਸਾਹਿਬ ਤਾਏ ਹੋਰੀ ਜਿਹੜਾ ਵੀ ਡੰਗਰ ਲੈਂਦੇ ਨੇ ਡੈਮੇਜ ਹੀ ਲੈਂਦੇ ਨੇ। ਉਹ ਚਲੋ ਤੁਸੀਂ ਜਿਹੜੇ ਏਡੇ ਤੁਸੀਂ ਮੇਲੇ 'ਚੋਂ ਲੈ ਕੇ ਆਉਂਦੇ ਹੋ ਡੰਗਰ, ਸਾਨੂੰ ਪਤਾ ਤੁਹਾਡਾ ਵੀ ਨਾ ਮੁਰਾਦੋ ਆ ਜੋ ਇਹਨਾਂ ਨਾਲ ਹੋਈ ਜੇ ਜੁਨੈਦ ਸਾਹਿਬ ਪਿਛਲੇ ਜੁਮੇ ਪਿਓ ਪੁੱਤਰ ਵਿਆਹ ਕਿਸੇ 'ਚ ਵੜ ਗਏ ਤੇ ਅਗਲਿਆਂ ਕੱਢ ਛੱਡਿਆ। ਉਹਨੇ ਕਿਹਾ ਭੰਗੂੜੇ ਵਾਲੇ ਕਿੱਧਰ ਆਈ ਜਾਣ ਡੇ? ਉਹਨਾਂ ਸਮਝਿਆ ਬਾਹਰ ਜਿਹੜਾ ਭੰਗੂੜਾ ਲੱਗਾ ਉਹ ਇਹਨਾਂ ਦਾ। साहब ये इल्जाम ठीक है कि आपने खाद जखीरा की है अपनी हवेली में? यार जनेद बच्चा, ਜ਼ਿਮੀਂਦਾਰ ਲੋਕਾਂ ਨੂੰ ਪਤਾ ਹੁੰਦਾ ਕਿ ਉਹਨਾਂ ਨੇ ਕਾਰੋਬਾਰ ਤੇ ਆਪਣੀ ਜ਼ਮੀਨ ਕਿੱਦਾਂ ਸਾਂਭਣੀ ਹੈ। ਆਏ ਦਿਨ ਤਾਂ ਰੇਟ ਵਧੇ ਹੁੰਦੇ ਜੇ 4-5 ਬੋਲੀਆਂ ਭਲੇ ਦੌਰ ਦੀਆਂ ਲੈ ਕੇ ਰੱਖ ਲਈਆਂ ਤੇ ਇਹਦੇ ਵਿੱਚ ਇਹਨਾਂ ਦਾ ਲਾਮਾ ਕਾਹਦਾ ਆ? नहीं आप पता चला क्या बेचते लोगों में? 5 कितने बाबू जी मैं आप गिनिया बोरियां 20 ਤੇ ਮੈਂ ਗਿਣੀਆਂ ਤੇ ਅੱਗੋਂ ਮੈਨੂੰ ਗਿਣਤੀ ਨਹੀਂ ਆਉਂਦੀ, ਬੜੀਆਂ ਨੇ। ਆ ਮੇਰਿਆ ਪੁੱਤ ਰਾਣਿਆ, ਚੌਰੀ ਜੀ ਮੈਂ ਕਿਸੇ ਦਾ ਪੁੱਤ ਨਹੀਂ, ਮੈਨੂੰ ਪੁੱਤ ਨਾ ਕਹੋ, ਤੁਹਾਡੀ ਮਿਹਰਬਾਨੀ। ਮੈਂ ਪੁੱਤ ਸਿਰਫ ਚਾਚੇ ਦਾ। ਚਲੋ ਜੀ ਰਾਣਾ ਸਾਹਿਬ ਗੱਲ ਹੈ ਕਿ ਆਪਣੇ ਰਕਬੇ ਦੇ ਹਿਸਾਬ ਨਾਲ ਹੀ ਖਾਦ ਰੱਖਣੀ ਹੈ ਨਾ ਬੰਦੇ ਨੇ। ਜ਼ਮੀਨ ਮੇਰੀ ਜਿੰਨੀ ਹੈ ਮੈਂ ਪੁੱਤ ਉਹਦੇ ਹਿਸਾਬ ਨਾਲ ਰੱਖਿਆ ਸਟਾਕ। रकबे के हिसाब से आपने रखा होगा ना, अपनी जिसामत के हिसाब से तो नहीं, वरना तो खाद का आधा दाना भी बहुत। ਜੁਨੈਦ ਸਾਹਿਬ ਅਸੀਂ ਸਾਰੀ ਜ਼ਿੰਦਗੀ ਕੂਏ ਵੀ ਤੇ ਨਹੀਂ ਨਾ ਆਪਣੇ ਲੈਂਦੇ ਨੇ, ਜੋ ਖਾਦ ਤੇ ਅਸੀਂ ਕਦੀ ਕੋਈ ਲਾਮਾ ਦਿੱਤਾ ਹੋਵੇ, ਸ਼ਿਕਾਇਤ ਕੀਤੀ ਹੋਵੇ। ਇਹ ਹੁਣ ਰੱਖੇ ਵੇਚਣ, ਇਹਨਾਂ ਦੇ ਬੰਦੇ ਵੇਚਣ ਡਏ ਨੇ। ਰਾਣਾ ਸਾਹਿਬ ਤੁਸੀਂ ਇਹਨਾਂ ਬਲੈਕ ਹੋਣ ਡਈ, ਇੱਥੇ ਬਲੈਕ ਹੋਣ ਡਈ ਆ। ਆਹੋ ਮਗਰ ਲੈ ਕੇ ਆਏ ਹੋ ਤੁਸੀਂ ਆਪਣੀ ਪੈਲੀ ਵਾਸਤੇ ਜਿਹੜੀ 1.5 ਕਿਲੋ, ਉਹ ਤੇ ਦੱਸੋ ਨਾ 1.5 ਕਿਲੋ 2 ਵਾਰੀ ਪਾਈ ਦੀ ਹੈ ਨਾ ਜੀ। ਲਓ ਉਹ ਤਾਇਆ ਗੱਲ ਇੱਥੇ ਬੋਰੀਆਂ ਦੀ ਹੋਣ ਡਈ ਹੈ, ਤੁਸੀਂ 1.5 ਕਿਲੋ ਨੂੰ ਰੋਣ ਡਏ। ਓਏ ਆਹੋ ਨਿੱਕੇ ਕਿਸਾਨ ਜਿਹੜੇ ਨੇ ਅਸਲ ਤੇ ਉਹ ਹੀ ਪਿਸਣ ਡਏ ਨੇ।
जुनैद साहब ਵੱਡਿਆਂ ਨੂੰ ਨਹੀਂ ਫਰਕ ਪੈਂਦਾ ਜਿਹੜਾ ਨਿੱਕਾ किसान है असल ਜਿਹੜਾ रीढ़ की हड्डी है ज़राअत की और ज़राअत रीढ़ की हड्डी है मुल्क की छोटा किसान यानी राणा निक्का किसान मीन ये आपका कजन ये निक्का किसान है और नहीं जुनैद साहब घट रकबे वाले लोग ਜਿਹੜੇ ਨੇ ਉਹਨਾਂ ਫਿਰ ਥੋੜੀ ਲੈਣੀ ਹੁੰਦੀ ਹੈ ਖਾਦ ਤੇ ਉਹਨਾਂ ਅੱਗੇ ਬਹੁਤੀ ਬਲੈਕ ਹੋਣ ਡਈ तो मेरा मतलब है कि ये ज्यादती हो रही है आप अपने प्रोग्राम में आवाज उठाएं कि राणिया की फसल नू डैमेज ना होने दियो माशाल्लाह राणा साहब आपके पास इतना ज़ेरे काश्त रकबा है तो ट्रैक्टर भी होंगे ना रखे हुए होंगे आपने और ट्रैक्टर भी ले ही सकते ने एडी गल कोई नहीं मगर जुनैद साहब रकबे दे हिसाब नाल ही हुंदा है ना ट्रैक्टर ते अपनी पैड़ी ते राणा साहब खिलार के ते गेर लाण ते अगली कंध च जा वजदा इस गल्लों ट्रैक्टर तो अज तनाव भी वरतदे ने कई नाल ही रब दी रहमत नाल सारी पैली इक्को बार च लंघा छड्डदे ने ਅਸੀਂ ਕਿ ਸਮਝਨੇ ਟਰੈਕਟਰ ਨੂੰ नहीं ਉਹ जो मेहनत की गल है ना जुनैद साहब गल ਇਹ ਕਿ ਦੌੜਦੇ ਨਹੀਂ ਮਿਹਨਤ ਤੋਂ ਨਹੀਂ ਕਦੀ ਨਸੇ ਰਾਣਾ ਸਾਹਿਬ ਮਿਹਨਤ ਮਾਸ਼ਾਅੱਲਾ ਕਰਦੇ ਨੇ ਤੇ ਫਜ਼ਲ ਜਿਹੜੀ ਉਹ ਧੜਾ ਧੜ ਹੋਣ ਡਈ नहीं वाकई राणा साहब अगर गंदम काश्त ना करे तो मुल्क में गंदम का क्राइसिस पैदा हो जाए बहु जुनैद लीला ਤਾਂ ਖੂਬ ਲਾਈ ਆ ਰਾਣੇ ਨੇ 7 ਮਰਲੇ ਦੀ ਇਹਦੀ ਪੈਲੀ ਹੈ ਤੇ ਉਹਦੀ ਵੀ ਨੁੱਕਰ ਤੇ ਖਲੋ ਕੇ ਸਾਡੀ ਨੌਂ ਨੂੰ ਕਹਿ ਰਿਹਾ ਹੁੰਦਾ ਮੇਰੇ ਵਾਸਤੇ ਚੂਰੀ ਤੇ ਲੱਸੀ ਲੈ ਕੇ ਆ रांझा स्टाइल ਲਿਆਂਦੀ ਹੈ ਕਿ ਨਹੀਂ ਏਡੀ ਕਿਹੜੀ ਗੱਲ ਹੈ ਪਹਿਲੇ ਦਿਨ ਹੀ जुनैद ਸਾਹਿਬ ਧੀ ਨੂੰ ਇਹ ਸਮਝਾ ਕੇ ਟੋਰਿਆ ਸੀ ਕਿ ਪੁੱਤਰ ਵੇਖ ਡਰ ਰੱਬ ਕੋਲੋਂ ਉਹਨਾਂ ਬੱਚੀਆਂ ਵੱਲ ਵੇਖ ਜਿਨ੍ਹਾਂ ਦੇ ਨਸੀਬ ਛੱਡ ਜਾਂਦੇ ਨੇ ਵਿਚਾਰੀਆਂ ਤੇ ਤੈਨੂੰ ਤੇ ਰੱਬ ਨੇ ਕਰਮਾਂ ਵਾਲਾ ਖਾਵਨ ਦੇ ਛੱਡਿਆ बेटी समझ तो गई होगी कि अब क्या क्या है ਇੱਜ਼ਤ ਕਰਦੀ ਆ ਕਹਿਣਾ ਨਹੀਂ ਮੋੜਦੀ ਉਹ ਚੂਰੀ ਲੱਸੀ ਲੈ ਤੇ ਆਵੇ ਪਰ ਉਹ ਲੰਗੜੀ ਆ ਕਦੀ ਲੱਸੀ ਡੋਲ ਦਿੰਦੀ ਆ ਕਦੀ ਚੂਰੀ ਸੁੱਟ ਦਿੰਦੀ ਆ ਇਹ ਦੋਵਾਂ ਪਿਓ ਧੀਆਂ ਦੀ ਇਕੱਠੀ ਲੱਤ ਟੁੱਟੀ ਸੀ ओ कैसे ਬਸ ਖੋਤੀੜੀ ਚ ਬੱਸ ਵੱਜੀ ਆ ओए होए 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 ਤੇ ਲੱਤਾਂ ਟੁੱਟ ਗਈਆਂ तो ये बस में बैठे हुए थे दोनों ਨਹੀਂ ਜੀ ਖੋਤੀੜੀ ਤੇ ਸਨ ਬੱਸ ਵਾਲਿਆਂ ਨੂੰ ਕੁਝ ਵੀ ਨਹੀਂ ਹਾਰਨ ਦੇ ਕੇ ਆਏ ਨੂੰ ਭੱਜ ਗਏ ਉਹ जुनैद साहब करके खांदे ने राणा साहब कदी रब जानदा जे सानू नहीं ने तकलीफ दिती जिउंदे रहन ते बसदे रहन कदी साडे हल आ गए ਇਹੋ ਜੀ ਨਜ਼ਰ ਨਾਲ ਨਹੀਂ ਵੇਖਿਆ ਕਿ 100 200 ਹੀ ਦਈਏ ਆਪਣੀ ਮਿਹਨਤ ਕਰਦੇ ਨੇ ਤੇ ਧੀ ਸਾਡੀ ਨੂੰ ਖਵਾਉਂਦੇ ਨੇ ਕਈ ਆਨੇ ਇਹ ਤੂੰ ਚੰਗਾ ਬੰਦਾ ਕਿਹੜਾ ਹੁੰਦਾ ਜੀ ਮੇਰਾ ਮਤਲਬ ਹੈ ਖਾਣੇ ਆ ਤੇ 2 ਬੁਰਕੀਆਂ ਹੀ ਨੇ ਨਾ ऐसा दामाद खुश नसीबों को मिलता है ਖੁਸ਼ ਨਸੀਬਾਂ ਨੂੰ ਜੀ ਕੋਈ ਇੱਕ ਖੂਬੀ ਜੁਨੈਦ ਪੁੱਤ ਜੁਮੇਰਾਤ ਦੀ ਜੁਮੇਰਾਤ ਪਿੰਡ ਵੱਜਦਾ ਢੋਲ ਤੇ ਪਿੱਪਲ ਥੱਲੇ ਰਾਣਾ ਨੱਚ ਕੇ ਜਿਹੜੇ ਪੈਸੇ ਹੁੰਦੇ ਆ ਨਾ ਉਹਦਾ ਘਰ ਆ ਕੇ ਰਾਸ਼ਨ ਪਾਣੀ ਪਾ ਲੈਂਦਾ ਓਏ ਆਹ ਤੇ ਤੁਸੀਂ ਨੱਚ ਕੇ ਤੇ ਲੈ ਲਓ ਪੈਸੇ ਮਿਹਨਤ ਕਰਦਾ ਰਾਣਾ ਤੇ ਤੁਸੀਂ ਟਿਚਕਰਾਂ ਕਰਦੇ ਹੋ ਆ ਥੀਏਟਰਾਂ ਦੇ ਨੱਚਣ ਵਾਲੀਆਂ ਨੂੰ ਮੈਡਮ ਕਹਿਣ ਲੱਗ ਪੈਂਦੇ ਹੋ ਤੇ ਰਾਣਾ ਧਮਾਲ ਪਾਏ ਤੇ ਇਹਨੂੰ ਸਰ ਕਿਉਂ ਨਹੀਂ ਕਹਿੰਦੇ जुनैद साहब ਗੱਲ ਏ ਵੇ ਅੱਛਾ ਸਰਨਾ ਮੈਨੂੰ ਕਵਾ ਕੇ ਤੇ ਫੜੇ ਨਾ ਜਾਈਏ ਨਹੀਂ ਪੁੱਤਰ ਨਹੀਂ ਸਾਰੇ ਸ਼ਹਿਰਾਂ 'ਚ ਜਿਹੜਾ ਡਾਢਾ ਬੰਦਾ ਹੋਵੇ ਉਹਨੂੰ ਸਾਰਾਂ ਦੇਣ ਅੱਲਾ ਆ जुनैद साहब ਮਿਹਨਤੀ ਬੰਦਾ ਜੇ ਆ ਦੇਖੋ ਰੱਬ ਜਾਣਦਾ ਕਦੋਂ ਦੀ ਸਰਦੀ ਸ਼ੁਰੂ ਹੋਈ ਮਹੀਨਾ ਡੇਢ ਹੋ ਗਿਆ ਸਵੈਟਰੋਂ ਬਗੈਰ ਬੰਦਾ ਜਾਂ ਚਾਦਰੋਂ ਬਗੈਰ ਬਾਹਰ ਨਿਕਲ ਨਹੀਂ ਸਕਦਾ ਤੇ ਰਾਣਾ ਸਾਹਿਬ ਨੇ ਰੱਬ ਜਾਣਦਾ ਮੈਨੂੰ 3-4 ਦਿਨ ਪਹਿਲੇ ਦੱਸਿਆ ਕਿ ਅੱਬਾ ਜੀ ਮੇਰੇ ਕੋਲ ਤਾਂ ਸਵੈਟਰ ਵੀ ਨਹੀਂ ਹੈ ਸਾਨੂੰ ਨਹੀਂ ਆਖਿਆ ਮੈਂ ਉਦੋਂ ਦੱਸਿਆ ਨੇ ਮੈਂ ਰਾਣਾ ਸਾਹਿਬ ਨਵਾਂ ਤੁਸਾਂ ਲੈ ਲਿਆ ਜੇ ਖੇਤ ਲੈ ਲਿਆ ਜੇ ਨਵਾਂ जबरदस्त ਆਂਦੇ ਨੇ ਜੀ ਮੇਰੇ ਕੋਲ ਸਵੈਟਰ ਕੋਈ ਨਹੀਂ ਸੀ ਤੇ ਅੱਬਾ ਜੀ ਠੰਡ ਲੱਗਦੀ ਸੀ ਪਈ ਤੇ ਮਾਸ਼ਾਅੱਲਾ ਸਾਡੇ ਨਾ ਜੀ ਪਿੰਡ 'ਚ ਹੀ ਸਮੁੰਦਰ ਖਾਨ अच्छा ਬੜਾ ਚੰਗਾ ਪਠਾਨ ਲਿਆ ਕੇ ਚੀਜ਼ਾਂ ਵੇਚਦਾ ਕਿਸ਼ਤਾਂ ਤੇ ਵੀ ਦੇ ਛੱਡਦਾ अच्छा ਤੇ ਉਹਦੇ ਕੋਲੋਂ ਲਿਆ ਨੇ ਆ ਤੁਸਾਂ कितने का लिया ये ਉਹ ਜੀ ਕਿਸ਼ਤਾਂ ਤੇ ਲਿਆ ਮਹਿਸੂਸ ਹੀ ਨਹੀਂ ਹੁੰਦਿਆ ਕਿੰਨੇ ਦਾ ਲਿਆ ਉਹ ਸਮੁੰਦਰ ਖਾਨ ਨੇ ਕਿਹਾ ਵੀ ਤੂੰ 6 ਸਾਲ 100 ਰੁਪਏ ਮਹੀਨਾ ਦੇਣਾ 6 साल 100 रुपए महीना ਹਾਂ ਕਿਸ਼ਤੇ ਨੇ ਜੀ 100 ਰੁਪਿਆ ਤੁਸਾਂ ਕਹਦਾ ਜੀ ਬਾਊ ਜੀ ਕੈਦ ਹੋਈ ਅੱਛਾ ਜੀ ਫਿਰ ਇਹ ਕੈਦ ਤੁਹਾਨੂੰ ਵੀ ਹੋਵੇ ਜਨਾਬ ਕੋਈ ਸ਼ਰਮ ਹਿਆ ਹੀ ਨਹੀਂ ਤੈਨੂੰ ਆਉਣ ਡਈ ਕਿ ਜਵਾਈ ਭਾਈ ਉਹਦੇ ਮੁਤਲਕ ਕੀ ਗੱਲ ਕਰਨ ਡੇ ਨਾ ਮੁਰਾਦਾ ਉਹ ਭਾਈਆ 4 ਦਿਨ ਠਹਿਰ ਕੇ ਤੁਸਾਂ ਲੈ ਲੈਂਦੇ ਕਿਹੜੀ ਏਡੀ ਬਰਫ਼ ਪੈਣ ਡਈ ਆ ਕਹਿੰਦਾ ਕਿਹੜੀ ਬਰਫ਼ ਪਈ ਆ ਤੁਸਾਂ ਲੈ ਲੈ ਜਾ ਪਤਾ ਕਰ ਤੈਨੂੰ ਤਾਂ ਦੁਨੀਆ ਦੀ ਹੋਸ਼ ਹੀ ਨਹੀਂ ਪਤਾ ਕਰ ਜਾ ਕੇ ਕੋਟੇ ਕਿੰਨੀ ਬਰਫ਼ ਪਈ ਆ ਇਧਰ ਕਸ਼ਮੀਰ ਕਿੰਨੀ ਪਈ ਆ ਇਧਰ ਨਾਰਾਇਣ ਕਗਾਨ ਕਿੰਨੀ ਪਈ ਆ ਆ ਜਿਹੜੀ ਕੋਟੇ ਪਈ ਏ ਤੇਰੇ ਨਾਲ ਉਹਦਾ ਕੀ ਤਲਕ ਹੈ ਤੇ ਮੈਂ ਖਬਰਾਂ ਨਹੀਂ ਸੁਣਦਾ ਮੈਨੂੰ ਠੰਡ ਨਹੀਂ ਲੱਗਦੀ
ਉਹ ਵਿਖਾਉਂਦੇ ਸਾਹ ਵਿਖਾਉਂਦੇ ਬਰਫ ਪਈ। ਆਹੋ ਜੀ, ਮਹਿਸੂਸ ਕਰਨ ਦੀ ਗੱਲ ਹੈ ਨਾ ਰਾਣਾ ਸਾਹਿਬ, ਇਹ ਬੇਸ ਬੰਦੇ ਨੇ, ਮਹਿਸੂਸ ਹੀ ਨਹੀਂ ਇਹਨਾਂ ਨੂੰ ਕਿਹੜਾ ਕੋਈ ਨਾ ਮੁਰਾਦਾਂ ਨੂੰ। ਰਾਣਾ ਸਾਹਿਬ ਰੱਬ ਦੀ ਰਹਿਮਤ ਨਾਲ ਹਸਾਸ ਆਦਮੀ ਨੇ, ਖਬਰਾਂ 'ਚ ਵੇਖ ਲੈਣ ਬਰਫ ਪਈ ਤੇ ਵਿਚਾਰੇ ਫੌਰਨ ਉਸੇ ਵੇਲੇ ਹੱਥ ਬੰਨ ਲੈਂਦੇ। अच्छा जो ये फरमाए कि ये जो ज़राअत अफसर हैं या असिस्टेंट कमिश्नर हैं, ये पर्ची लिख के देते हैं तो खाद मिलती है और वो भी 2-2 4-4 बोरियां दे रहे हैं, ये सही है बात? हाँ जी ਗੱਲ ਇਦਾਂ ਹੀ ਚੱਲ ਰਹੀ ਹੈ, ਲੋਕੀ ਇਦਾਂ ਹੀ ਲੈ ਰਿਹਾ। ਬਸ ਮੈਂ ਯਾਰ ਪਿਛਲੀ ਰੱਖੀ ਹੈ ਨਾ ਜੀ, ਉਹ ਕੱਢ ਕੇ ਤੇ ਆਪਣੀ ਪੈਲੀਆਂ आप जैसों की वजह से ये सूरत हाल का सामना है काश्तकार को। ਇਹ ਆ ਕੀਤੀ ਨੇ 16 ਨੇ ਗੱਲ, ਇਹ ਆਏ ਵੀ ਤੁਹਾਡੇ ਕੋਲ ਗੇੜਾ ਵੀ ਇਸੇ ਗੱਲੋਂ ਲਾਇਆ ਜੁਨੈਦ ਸਾਹਿਬ ਕਿ ਤੁਸੀਂ ਇਹਨਾਂ ਤਗੜੇ ਲੋਕਾਂ ਦੇ ਬਾਰੇ ਚ ਗੱਲ ਚੁੱਕ ਸਕਦੇ ਹੋ। ਅਸੀਂ ਅੱਜ ਖਾਦ ਲੈ ਕੇ ਜਾਣੀ ਆ, ਸਾਡਾ ਹੱਕ ਇੱਥੇ ਰੱਖ, ਸਾਡਾ ਹੱਕ ਇੱਥੇ ਰੱਖ ਜੀ ਏ ਬੁੱਢੋ। ਓਏ ਪੁੱਤਰ, ਪੁੱਟੋ ਦੀ ਨਹੀਂ, ਇਹ ਪੀਟੀਆਈ ਦੀ ਹਕੂਮਤ ਹੈ। ਅੱਛਾ ਹਾਂ, ਪਰ 1.5 ਕਿਲੋ ਤੁਸੀਂ ਖਾਦ ਲੈਣੀ ਹੈ ਤੇ ਮੁਲਕ ਦੀ ਹਰ ਚੀਜ਼ ਨੂੰ ਤੁਸੀਂ ਲਲਕਾ ਰਹੇ ਆ, ਮੰਨਾ ਬੰਦੇ ਕਿਉਂ ਨਹੀਂ ਹੈ? ਇਹ ਆਈ ਗੱਲ ਜੇ ਜੁਨੈਦ ਸਾਹਿਬ, ਆ ਜਿਹੜਾ ਛੋਟਾ ਕਿਸਾਨ ਇਗਨੋਰ ਹੋਣ ਡੇ ਆ ਨਾ, ਅਸਲ ਕੀ ਹੁੰਦੇ ਜੇ ਮਤਲਬ ਦੁਤਕਾਰਿਆ ਜਾਂਦਾ ਪਿਆ, ਲਾਪਰਵਾਹੀ ਕਰਦੇ ਨੇ ਛੋਟੇ ਕਿਸਾਨ ਲੋ ਪੁੱਤਰ। ਹਲਾ ਅਸਲ ਤੇ ਗੱਲ ਤੇ ਉਹੀ ਹੈ ਨਾ, ਰੀੜ ਕੀ ਹੱਡੀ ਹੈ, ਕੋਈ ਛੋਟਾ ਕਿਸਾਨ ਹੈ। ਹਾਂ ਲੱਭ ਵੱਡੇ ਕਿਸਾਨ ਜਿਹੜੇ ਨੇ ਉਹਨਾਂ ਦੀ ਕਿਹੜੀ ਗੱਲ ਨਹੀਂ, ਉਹ ਤੇ ਉੱਥੋਂ ਹੀ ਬਾਹਰੋਂ ਦਾ ਬਾਹਰ ਭੇਜ ਦਿੰਦੇ ਆ ਘਰੇ। ਉਹ ਤੇ ਜਾ ਕੇ ਇੱਥੇ ਉਹਨਾਂ ਦੇ ਕੰਮ ਹੀ ਲੱਗੇ ਨੇ, ਕੰਮ ਕਰਨ ਆਪ ਕਦੀ ਪੈਰਿਸ ਬੈਠੇ ਹੁੰਦੇ ਨੇ, ਕਦੀ ਉਹ ਬੈਠੇ ਹੁੰਦੇ ਨੇ ਆਪਣਾ ਪਿੰਡ ਵਾਪਸ, ਕਦੀ ਫੇਰ ਅਗਲੇ ਟੁਰ ਜਾਂਦੇ ਨੇ ਜਰਮਨੀ। ਉਹ ਯਾਰ ਨਿਆਮਤੁੱਲਾ, ਰੱਬ ਨੇ ਦਿੱਤਾ ਹੈ ਉਹ ਖਾਣ ਪੀਣ, ਜ਼ਿੰਦਗੀ ਦਾ ਮਜ਼ਾ ਨਾ ਲੈਣਾ, ਕਿੱਦਾਂ ਦੀਆਂ ਗੱਲਾਂ ਕਰਦੇ ਆ? ਜ਼ਿੰਦਗੀ ਦਾ ਮਜ਼ਾ ਆਪ ਹੀ ਨਾ ਲਈ ਜਾਓ, ਮਾੜੇ ਨੂੰ ਵੀ ਲੈਣ ਦਿਓ ਜ਼ਿੰਦਗੀ ਦਾ ਮਜ਼ਾ। ਮਾੜੇ ਦੀ ਖੋਖ ਤੇ ਆਪਣੇ ਢਿੱਡ ਭਰ ਲੈਣੇ, ਇਹ ਕਿੱਥੋਂ ਦੀ ਸਿਆਣਪਤ ਏ, ਇਹ ਕਿੱਥੋਂ ਦੀ ਚੁਦਰਾ ਏ? ਫਾਰਮ ਹਾਊਸ ਬਣਾ ਕੇ ਮੰਜੇ ਢਾ ਲੈਂਦੇ ਆ। ਮਾੜੇ ਬੰਦੇ ਦਾ ਵੀ ਖਿਆਲ ਕਰੋ ਨਾ। ਜਿਹੜੇ ਖਾਦਾਂ ਸਟੋਰ ਕਰਨ ਦੇ ਨੇ, ਕੋਈ ਸ਼ਰਮ ਜਾਂ ਕੋਈ ਮੌਤ ਹੀ ਭੁੱਲੀ ਇਹਨਾਂ ਨੂੰ ਜੁਨੈਦ ਸਾਹਿਬ। ਰੱਬ ਜਾਣਦਾ ਨੇ ਦਿਲ ਖੂਨ ਕੇ ਆਂਸੂ ਰੋਤਾ ਹੈ। ਛੋਟੇ ਕਿਸਾਨ ਦਾ ਵੀ ਖਿਆਲ ਕਰਨਾ ਚਾਹੀਦਾ ਜਿਹੜਾ ਵਾਢੀਆਂ ਕਰਦਾ ਸੱਪ ਲੜਾਲ ਨਾਲ। ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਮਰ ਜਾਣੇ, ਇਸੇ ਮਿੱਟੀ 'ਚ ਪੈ ਜਾਣਾ ਤੇ ਆਪਣੀ ਇਹਨਾਂ ਨੂੰ ਪਈ ਆਪਣੇ ਢਿੱਡ ਭਰਨ ਦੇ ਨੇ, ਦੋਜ਼ਖੀਣੀ ਇਹਨਾਂ ਦੇ ਫੁੱਲ ਹੋਣ ਡੇ। ਚਾਚਾ मैं नहीं जाना पिंड वापस, मैं खाद लेके जानी है। नहीं अल्लाह करे राना साहब, आपके यहाँ से अगर खाद मिल भी गई तो आपके पास कोई ट्रांसपोर्टेशन का इंतजाम है, कोई ट्राली ट्रैक्टर कुछ? आओ जी, शापर लेके आए ने। नाज़रीन, यहाँ में लेने एक छोटा सा वक्फा, हमारे साथ रहिएगा। नए साल के मौके पे एक बुनियादी तौर पे तो ये तहिया करना चाहिए, ऐद करना चाहिए कि हम जो है इसको अपने तर्ज जिंदगी का हिस्सा बना लेंगे, कोरोना से बचने की जो एहतियात। अच्छा भाईजान, आज जैसा कि आप जानते हैं 2021 का हमारा आखिरी शो है जी। नेक तमन्नाओं के साथ, नेक ख्वाहिशात के साथ हम अपने व्यूअर्स को नए साल की मुबारकबाद भी देना चाहते हैं। चंद सातों के बाद नया साल जो है वो जलवागर होगा। हैप्पी न्यू ईयर, हैप्पी न्यू ईयर, हैप्पी न्यू ईयर। और जो पिछले साल की तलख यादें हैं उनको भुला के नए साल की तरफ बहरहाल हमें देखना है। इंशाल्लाह कोरोना से अल्लाह ताला जान छुड़ा दे, अगला साल जो है वो साफ सुथरा हो जाए। अल्लाह पाक हमारे मुल्क को हर प्रॉब्लम में से निकाल दे, हर तरह के तासुबात से पाक कर। सियासी, लिसानी, फिरका वारियत, हर तरह के तासुबात हमारे दिल जोड़ दे। सिर्फ अगर मुख्तर एक जुमले में बात की जाए तो सबसे बड़ी दुआ इस मुल्क के लिए यही की जा सकती है कि या अल्लाह हमारे दिल जोड़ दे। और प्रैक्टिकली देखा जाए तो हम बदकिस्मती से एक ऐसे वक्त में दोबारा नए साल में दाखिल हो रहे हैं जब कोरोना ने एक दफ़ा फिर मुंह खोल लिया हुआ है और वो धाड़ रहा है पूरी शिद्दत के साथ। और आपको याद होगा कि जब पहली दफ़ा कोरोना आया था वो भी उस वक्त भी नए साल का आगाज़ ही था। जी बिल्कुल। तो पूरी दुनिया जब जश्न मना रही थी न्यू ईयर का, तो दूसरी तरफ आहिस्ता आहिस्ता तो चीन में ये कहते हैं शुरू हो रहा था। तो कुछ मिसकंसेप्शंस हैं वो मैं दूर करना चाह रहा हूँ अपने व्यूअर्स की। ये जो नया ओमिक्रॉन वेरिएंट आया ना, एक मरतबा फिर बड़े अफसोस के साथ कहना पड़ता है कि बजाय ये कि हम एहतियात करें, हम डॉक्टर बनने पे ज्यादा जोर दे रहे हैं। हर बंदा जो है ना वो ओमिक्रॉन वेरिएंट पे बात कर रहा है। ओए ये ना फैलता बहुत तेजी के साथ है लेकिन कम खतरनाक है। ठीक है, हर बंदे को यही पता है। क्यों? इसलिए कि कुछ 2-4 एक्सपर्ट्स ने दबे लफ्जों में ये बात की है दुनिया भर में।
تو وہ اس سے خبر بنی ہے, خبر وہ ٹی وی پہ چلی, اخبارات میں آئی, ہم نے پڑھی, سوشل میڈیا پہ اور زیادہ سادہ لفظوں میں آئی, ہم نے اس کو اصول بنا کے پوری دنیا میں پھیلا دیا, ایک دوسرے کے ساتھ شیئر کرنا شروع کر دیا کہ یہ جو اومیکرون ویریئنٹ آیا ہے یہ پھیلتا تو بہت تیزی کے ساتھ ہے لیکن خطرناک بالکل نہیں. اچھا, اب ذرا آپ WHO کی سائٹ پہ جائیں اور دیکھیں جا کے, اور آپ کو یہ دونوں باتیں جو ہیں ان کا کلیئر کٹ ڈینائل ملے گا, ان کی تردید ملے گی. نہ تو ابھی تک اس بات کی کوئی تصدیق ہو سکی ہے کہ یہ پہلے ویریئنٹ جو ہیں ڈیلٹا ویریئنٹ یا جو زیادہ پہلے ویریئنٹ آئے تھے ان سے زیادہ تیزی کے ساتھ پھیلتا ہے. گمان ہے, صرف مشاہدہ ہے ابھی ہمارا کہ پہلے سے زیادہ یہ تیزی کے ساتھ پھیلتا ہے, لیکن ایسا ابھی تک اس کی تصدیق نہیں ہو سکی یہ پہلے سے تیزی کے ساتھ پھیلتا ہے. اور دوسرا اس بات کی بھی تصدیق نہیں ہو سکی کہ یہ کم مہلک ہے, کم بالکل ایسا نہیں ہے. اور ابھی تک ڈاکٹرز یہ کہہ رہے ہیں کہ تمام جو چیزیں ہیں وہ پہلے کی طرح ہی ہیں, اس کی علامتیں بھی پہلے جیسی ہیں اور اس کے جو آفٹر افیکٹس ہیں وہ بھی پہلے جیسے ہیں, اور کم و بیش اس کا علاج بھی اسی طرح ہی کیا جا رہا ہے جیسے پہلے کیا جا رہا تھا. اور سب سے بڑی بات یہ کہ ابھی تک کی جو احتیاطیں ہیں وہ بھی پہلے کی طرح ہیں. ویکسینیشن بھی وہی جو لگ رہی ہے وہ ضروری ہے, بڑی لگوانی وہی ضروری ہے کیونکہ نئی جو آئی ہے کوئی ویکسین تو آئی نہیں, اس لیے جو پہلی ویکسین ہے وہ اگر آپ کو 6 مہینے 8 مہینے گزر چکے ہیں تو ایک بوسٹر ڈوز لگوا لیں. اور میں صبح دیکھ رہا تھا کمشنر لاہور جو ہے کیپٹن عثمان اور ڈپٹی کمشنر لاہور, ان کے میسیجز موصول ہو رہے ہیں کہ خدا کے لیے فوری طور پہ جو ہے ویکسین لگوائیں, جنہوں نے نہیں لگوائی وہ تو لازمن لگوائیں, کیونکہ جب 6 مہینے 4 مہینے 8 مہینے پہلے جنہوں نے لگائی ہے وہ یہ تو ہو سکتا ہے کہ کچھ وہ کمزور ہو گئی ہو ویکسین, اپنی ویک سٹیج پہ ہو, لیکن بہرحال جب خدا نخواستہ اگر کرونا کا کوئی اور ویریئنٹ بھی آپ پہ حملہ آور ہوتا ہے تو آپ کے جسم میں بہرحال مدافعت تو موجود ہوگی. اور ظاہر ہے پہلے بھی ہم یہ بار بار کہہ چکے ہیں کہ اس کا علاج کوئی حتمی طور پہ کچھ نہیں کہا جا سکتا, اس کا واحد جو بچاؤ کا طریقہ ہے وہ احتیاط ہے اور ویکسین ہے. تو میرا خیال ہے کہ ویکسین میں کوئی تساہل نہ برتیں, اپنی حفاظت کریں, اپنے بچوں کی اپنے اہل خانہ کی حفاظت کریں. نئے سال کے موقع پہ یہی ایک میرا خیال نئے سال کی ریزولوشن بنتی ہے کہ ہم جو ہے وہ کرونا سے لڑیں گے. اس کے خاتمے کا ابھی دور دور تک کوئی امکان نظر نہیں آ رہا اور پتہ نہیں کب ہوگا, کیا کہا جا سکتا ہے. خاتمہ بار بار ہوتا ہے پھر شروع ہو جاتا ہے 2 مہینے کے بعد, پھر امید بنتی ہے کہ نہیں اب شاید نہیں آئے گا, وہ پہلے سے زیادہ شدت کے ساتھ حملہ آور ہوتا ہے. تو میرا خیال ہے کہ ہمیں نئے سال کے موقع پہ ایک بنیادی طور پہ تو یہ تہیہ کرنا چاہیے, عہد کرنا چاہیے کہ ہم جو ہے اس کو اپنے طرز زندگی کا حصہ بنا لیں گے, کرونا سے بچنے کی جو احتیاطیں. اور یہ صرف صحت کے لیے ضروری نہیں ہے, ایک ڈسپلنڈ قوم بننے کے لیے میرا خیال ہے کہ جو حکومت کوئی لوگوں کو اپیل کرتی ہے یا کچھ کہتی ہے یا کوئی ایسا قانون بناتی ہے یا کوئی ایسا اصول بناتی ہے تو یار اسے اپنانا چاہیے. اب ہم کیا کر رہے ہیں, ہمیں اب لوگ دیکھ کے تو ہنسنا شروع ہو گئے ہوئے ہیں کہ یہ کون سی یل بلڑ سی اکڑ دکڑ آپی 100 قوم بنی ہوئی ہے. عقل مند ہم پوری دنیا میں بن کے پھر رہے ہوتے ہیں, ویسے ہم کرتے ہیں ہم سب سے اچھی قوم ہیں. ہم بھی کہیں بھی بیٹھ کے بات کرتے ہیں تو ہم کہتے ہیں کہ جی ہم بہترین قوم ہیں, ہم بڑی اچھی قوم ہیں. مگر یار یہ گفتگو کی حد تک نہیں ہونا چاہیے, عملاً بھی ہمیں اب اچھائی کا مظاہرہ کرنا چاہیے. اور اچھائی یہی ہوتی ہے اچھی زندگی گزارنا. اچھی زندگی کیا ہے, اصولوں کے تحت گزاری جائے. بالکل میرا مطلب ہے یہ تو بچوں کو پتا ہونا چاہیے نا کہ اچھا شخص وہی ہے جو اچھی زندگی گزار. جب ہم یہ کہہ رہے ہوتے ہیں کہ ہم بہت اچھی قوم ہیں, اسی لمحے ہم اپنے وکیل کو فون کر کے کہہ رہے ہوتے ہیں نہیں اتنا ٹیکس میں نہیں دے سکتا, ایسا کچھ کرو باجی, ایسا کچھ کرو. اور اگلے لمحے 2 منٹ بعد یہ کہہ رہے ہوتے ہیں بیٹا کون ہے, اس کو کہہ دو میں گھر نہیں ہے. جو ممکن ہو سکتا ہے ہم اپنی جس چیز کی ہم خواہش رکھتے ہیں اس کی ہم نگیشن کر رہے ہوتے ہیں. کلیکٹیولی ہم دیکھیں اگر قوم بننا چاہیں تو یار یہ چیزیں جو گورنمنٹ کہتی ہے, حکمران جو کہتے ہیں وہ سننی چاہیے. خدا کے واسطے قانون پہ عمل کرنا ہم شروع کر دیں, کوئی مشکل چیز نہیں ہے. یہ جیسے ٹریفک ہے, پٹتے ہیں ہم کئی دفعہ اس چیز پہ کہ پوری دنیا کے اوپر جو قوم آپ کو اچھی نظر آتی ہے نا اس کی سب سے پہلی شکل ٹریفک ہے. یہ بالکل سب سے پہلی شکل ٹریفک ہے. بالکل آپ جب کسی بھی ملک میں جا کے اترتے ہیں تو اس کی ٹریفک دیکھ کے کہتے ہیں واہ 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 کیا قوم ہے یار.
ਇੱਥੇ ਜਦੋਂ ਆ ਕੇ ਉਤਰਨੇ ਆ ਤੇ ਕਰਕੇ ਅੰਦਰ ਵੜ ਜਾਂਦੇ। ਇਹ ਤਾਂ 92 ਕੌਮ ਹੈ ਜਿਹੜਾ ਇੱਥੇ ਆ ਕੇ। ਹਾਂਜੀ ਹਾਂਜੀ, कोई मौका हाथ से जाने नहीं देते, हम इस मुल्क का बेड़ा गर्क कर रहे हैं। बस सच्ची बात है, नाजायज मुनाफाखोरी, कानून शिकनी, कोई भी किसी भी हवाले से हमारे किसी अमल से ये जाहिर नहीं होता। सच्ची बात है, हमें ये तस्लीम कर लेना चाहिए। अल्टीमेटली हमारे किसी अमल से जाहिर नहीं होता कि हम इस मुल्क से मोहब्बत करते हैं। अभी गुज़िश्ता रोज़ जो ये मिनी बजट आया है, इसमें मेरा ख्याल है कि 90% जो अशिया बढ़ी है ना, वो हम खुद मुतालबा करते चले आ रहे थे कि यार ये जो इम्पोर्टेड खाने पीने की चीज़ें हैं, इम्पोर्टेड अशिया हैं, ये जो तयशात की चीज़ें हैं, इन पर बल्कि हम तो ये कहते थे कि पाबंदी लगाई जाए। बाद में पता चला पाबंदी लगाना आलमी जो मुआहदे हैं उनके तहत जो है वो मुमकिन नहीं है, लेकिन इन पर ड्यूटी लगा दी जाए और इनका इस्तेमाल कम से कम किया जा सके। यहाँ पर चॉकलेट चल रहे हैं, मिठाइयाँ इम्पोर्टेड चल रही हैं, यानी कभी हमने सुना था कि इस मुल्क में मिठाइयाँ जो हैं वो भी इंपोर्टेड आएंगी। सच्ची बात है कि आप जो मर्जी कर लें, मैं तो ये इख्तलाफ करता हूँ कि इस पे इन्होंने इस पे ड्यूटी बढ़ाई है। आप जितनी मर्जी ड्यूटी बढ़ा लें, ये किया तो इसलिए गया ना कि जनाब अली हमारा इंपोर्ट जो है वो कम हो, हमारी इंपोर्ट और एक्सपोर्ट बढ़े और जो तजारती खसारा है वो बराबर हो जाए। लेकिन आप 17% छोड़ें, आप इन चॉकलेट्स और इन महंगी अशिया खुर्दोनोश पे या जो तयशात की चीज़ें हैं, आप इन पे 50% ड्यूटियाँ लगा दें। जिसने लेनी है ना उसने लेनी ही लेनी। तो इस तरह आपके और ज्यादा डॉलर्स आया होंगे। अब पाबंदी आप लगा नहीं सकते, ड्यूटी आप बढ़ाते चले जा रहे हैं। मैं बिल्कुल कोई इकोनॉमिक्स का स्टूडेंट नहीं हूं, लेकिन एक बुनियादी बात मैं समझता हूं कि ये आप अगर ड्यूटी बढ़ाते जाएंगे तो आप 2 महीने के बाद देख लीजिएगा क्या इन चीजों की इंपोर्ट में कमी वाकई हुई है। हाँ, गवर्नमेंट के खजाने में कुछ पैसे जरूर आ जाएंगे, लेकिन डॉलर तो अल्टीमेटली जाएगा ना बाहर, तो उसकी मिकदार में, डॉलर की मिकदार में इजाफा होगा जो बाहर जा रहा है। और तुम आज से ही देख लेना कि साइकिल को पंक्चर लगाने वाला भी, बेकरी वाला भी, कोई गंडेरियां बेचने वाला भी, हर बंदा जो है वो इसी मिनी बजट की आड़ में अपनी अशिया की कीमतें जो है वो दुगनी कर देगा। लोकल अशिया की, लोकल अशिया कर देगा। बिल्कुल ठीक कह रहे हैं। ये चीजें तो शहजादिया पढ़े लिखे अमीर लोग समझते हैं ना जी। मैं तो कह रहा हूँ बुनियाद यार, मोटरसाइकिल पे जाने हैं तो अपने वे पे चले। हाँ जी। साइकिल पे जा रहे हैं तो ट्रैफिक के इशारे पे रुक जाए। ये भी 4-5 दिन मैं कराची गुजार के आया हूँ, बाखुदा इतनी शर्मिंदगी हुई है कि यार पाकिस्तान का सबसे बड़ा शहर है, सबसे ज्यादा कहते हैं जी बिजनेस है, हम सबसे ज्यादा रेवेन्यू देते हैं, वहां जो हमारे बहन भाई फिर रहे हैं, इतनी बुरी ट्रैफिक, इतनी पैड़ी ट्रैफिक, जेड़ा मर्जी जिधर मर्जी घुस जाता है, कोई पता ही नहीं है, कोई सेंस ही नहीं है कि यार हम लोग क्या कर रहे हैं। हम लोग बाहर सड़क पे आए हुए हैं, ये को हमारा अंदर घर नहीं, 4 दीवारी नहीं है, यहाँ हमारे बाल बच्चा या बेगम नहीं बैठी हुई जिसपे हम जो मर्जी रोब डालते जाएं वो बेचारे चुप कर जाएंगे। हम बाहर निकले हुए हैं, हम सड़क पे आए हुए हैं, हम नजर आ रहे हैं दूसरों को। हाँ जी। जब आप दूसरों को नजर आ रहे होते हैं, जिस तरह वो होता है ना मियाँ बीवी आपस में लड़ रहे हो ना, तो इस बात पे भी शर्मिंदगी हो रही थी। की कर रहे हो सारे दे सामने तुसी शुरू हो रहे यार, असी सारे दे सामने शुरू होए और शुरू हाँ, हम बाज ही नहीं आ रहे। हम जब कम से कम घर से निकलते हैं तो हमें लाजमन अपनी शक्ल वजह का, अपने करतूतों का, अपनी मूवमेंट का ख्याल रखना चाहिए। नाज़रीन, यहाँ में लेना एक छोटा सा वक्फा, हमारे साथ रहिए। मेहरबानी कुछ स्ट्रॉबेरी की कास्ट पे भी ध्यान दें। मैंने सुना कि स्ट्रॉबेरी खाने से रंग लाल होता है। यानी वो थोड़ा बहुत मध्यम हुआ हो तो लाल हो जाता है, ज्यादा सत्यानाश बजा हुए तो फिर पेंट ही कराना पड़ेगा। नाज़रीन, आज हमारे साथ एक बार फिर मौजूद हैं वफाकी वज़ीर इत्तलात और नशरियात मोहतरम जनाब फवाद चौधरी साहब। अस्सलाम वालेकुम। वालेकुम अस्सलाम जुनैद साहब, बहुत शुक्रिया, बड़ी मेहरबानी। आपके शो में आके मैं इसलिए ज़्यादा खुश होता हूँ कि आप बड़ी सच्चाई और दिलेरी के साथ तबसरा कर रहे होते हैं जी। देखिए, मैं भी आपका पेटी भाई हूँ, मैं समझता हूँ कि इस वक्त हक सच की बात करना बड़ा मुश्किल है। सर जी, आप दोनों लोगों ने तो शलवार कमीजें पहनी हुई हैं, तो फिर आप तो नाड़ा भाई हुए ना। जुनैद साहब, आपके दानिश्वर इस तरह के हैं, अब मैं क्या कह सकता हूं। नहीं सॉरी, हमें कुछ समझ नहीं पेटी भाई से कैसे।
بھائی ایک ہی شعبے سے جو تعلق رکھتے ہوں، ہاں جی، ہاں جن کا جی۔ کام ایک ہی ہو، اس کو پیٹی بھائی کہتے ہیں۔ صاحب اینکر بھی رہے ہیں۔ اچھا 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 اچھا، راہ نہیں جنید صاحب، میرے اندر ابھی بھی ایک اینکر موجود ہے، واہ، اور آپ دیکھتے ہیں کہ جب میں میڈیا کے آگے بول رہا ہوتا ہوں تو میں اینکروں کی طرح اپنی بات سناتا ہوں۔ واہ، اینکر بھی آپ کے اندر موجود ہے، ریسلر بھی موجود ہے، پتہ نہیں کیا کیا ہے آپ کے اندر۔ ارے واقعی میں ملٹی کوالٹیز کا مالک ہوں۔ میں تو جنید صاحب یہاں پہ آپ کو اس بات کی مبارک دینے آیا ہوں کہ بھنگ کی کاشت جو ہے اس کی کٹائی شروع ہو گئی ہے، اور اس کا پودا آپ جانتے ہیں میرے ہاتھوں سے لگا کیا؟ ابھی جی بھنگ کی فصل جو ہے اس کی کٹائی شروع ہو گئی ہے، اور یہ آپ میرا خیال ہے یقین نہیں کریں گے کہ اس سے اتنا فائدہ ہوگا ملک کو کہ آپ حیران ہو جائیں۔ سر عوام کو آپ نشے میں لگانا چاہتے ہیں؟ جنید صاحب کیسے جاہل آدمی ہیں، ان کو بتائیے کہ بھنگ صرف نشے کے لیے نہیں استعمال ہوتی، بھنگ سے میرے بھائی یہ بہت زیادہ ایکسپورٹ ہوتی ہے اور اس سے ادویات بنتی ہیں۔ جی چوری صاحب، بڑے سیرپ بھی بنتے ہیں اس کے۔ بھنگ سے بننے والا ایک سیرپ تو یہ خود بھی بہت اچھا گھونٹ لیتا ہے۔ نہیں شکل سے بھی نظر آ رہا ہے بڑا بھنگ والے دورے جتنا منہ ہو گیا ہوا ہے۔ سر جی تسی کہہ رہے ہو میں پودا لایا ہے، بھنگ دے آپے اگی ہوندی ہے۔ وہ جڑی آپ ہی اگی ہوندی وہ صرف 2 گلاس بن دیں۔ یہ جو پودا لگایا اس سے انڈسٹریاں چلتی ہیں، اور یہ اس طرف نہ اسے آپ لے کے جائیں۔ اصل میں یہ پڑھے لکھے لوگوں کا ٹاپک ہے، میں معافی چاہتا ہوں میں نے آپ کے شو میں چھیڑ دیا۔ نہیں ایسا نہ کہیں حضور والا، ہم اس ٹاپک پر 2-3 بار بڑی تفصیل سے بات کر چکے ہیں کہ بھنگ کے جو میڈیسنل یا کمرشل فوائد ہیں ان پر، اور اس کی ایکسپورٹ کے جتنا پاکستان میں میں پوٹینشیل۔ نے بالکل سنے ہیں آپ کے شو وہ والے جنید صاحب، مگر میرا خیال ہے کہ جو ٹاپک آپ پبلک کے لیے کرتے ہیں وہ پہلے اپنے دانشوروں کو بھی سمجھا لیا کریں۔ دانشوروں کو کیا سمجھائے؟ دانشور کڑے مٹی کھانڈے۔ یہ مٹی کھانے سے زیادہ بری بات ہے اچھا جی، کہ آپ کو یہی نہیں پتا کہ جس بھنگ کا میں ذکر کر رہا ہوں وہ کون سی بھنگ ہے۔ جی کون سی؟ دیکھیں یہ وہ ملنگوں والی بھنگ نہیں ہے، اچھا اچھا، یا پاپڑوں میں ڈال کے کھانے والی بھنگ نہیں ہے۔ بھنگ جو ہے یہ ایک بہت بڑی نقد آور فصل ہے، اور اس سے بہت فائدہ ہوتا ہے، اور بے شمار ملک اس کی کاشت کرتے ہیں اور اس کو ایکسپورٹ بھی کرتے ہیں، اور اس کو استعمال کر کے بہت ساری چیزیں بناتے ہیں۔ بہرحال آپ سب کو مبارک ہو۔ جیسے یہ فرمایا کہ آپ نے ازبکستان کے سفیر سے ملاقات کی ہے، اور سنا یہ ہے کہ آپ پاکستان اور ازبکستان مل کے ظہیر الدین بابر پہ ایک فلم بنا رہے ہیں، تو کیا ملاقات میں کیا طے پایا؟ اصل میں جنید صاحب جب وہ آ کے بیٹھے ہیں میرے ساتھ میٹنگ کے لیے تو وہ تاریخ کے اسٹوڈنٹ تھے، اور مجھے دیکھتے ہی کہنے لگے کہ آپ کی شکل ظہیر الدین بابر جو مغل بادشاہ گزرے ہیں اس سے بڑی ملتی ہے۔ تو میں نے کہا اس میٹنگ سے کیا تعلق؟ تو کہنے لگے کیوں نہ میٹنگ یہیں سے شروع کی جائے کہ ایک فلم بناتے ہیں ظہیر الدین بابر جس میں آپ ظہیر الدین کا پارٹ ادا کریں۔ تو میں نے کہا یار فلم ہو یا سیاست ہو، میں تو پہلے بھی ظہیر الدین بابر کا ہی پارٹ ادا کر رہا ہوں، میں اپنے کام کا بادشاہ ہوں، آپ مجھے رہنے دیں، آپ کوئی اور بات کریں۔ لیکن چوری صاحب ظہیر الدین بابر تو بڑے بہادر آدمی، بڑے جنگیں کرنے والے، انہوں نے تو پاگل ہاتھی کی سونڈ کاٹ دی تھی تلوار سے۔ آپ فکر نہ کریں، میں اگر فلم میں کام کروں گا تو ہاتھی تو پاکستان میں ہے نہیں، میں 2-3 باندر مار دوں گا۔ یار اس کا میرے سے کیا تعلق ہے؟ وہ میں آپ کو بتا رہا ہوں جنید صاحب، کولیبریشن کے ساتھ یہ فلم بنانے کا منصوبہ بنایا، تو اس میں انشاءاللہ سائیڈ ہیرو پہ آپ کو بھی کچھ سین دیں گے۔ مین ہیرو کا کوئی چانس نہیں۔ نہیں جنید صاحب آپ کا پارٹ نہیں بنتا، چونکہ آپ کی شکل تو پرائیویٹ اسپتال کی نرس جیسی ہے، تو ظہیر الدین بابر کے دور میں اسپتال ہوتے ہی نہیں تھے، اس وقت حکما چلتے تھے۔ کوئی میرا پارٹ بنے گا چوری صاحب؟ جی یہ جو بات کر رہے تھے ہاتھی کی سونڈ کاٹنے کی، وہ سونڈ کٹنے کے بعد والا پارٹ ہاتھی کا آپ ہی کریں گے۔ بہرحال آپ کو پتہ ہے جنید صاحب کہ میں ہر شعبے پہ نظر رکھتا ہوں، جس طرح میں نے بھنگ کی کاشت کا آغاز کیا تھا، میں انشاءاللہ یہ ثقافت میں بھی اپنا کنٹریبیوشن کچھ نہ کچھ دینا لوہا چاہتا ہوں۔ منوائیں گے جی۔ جی ہاں جی۔ لیکن اچھا جیسے چلے مان لیا کہ بھنگ کا جو مقصد ہے بنیادی وہ نشہ نہیں ہے، لیکن اس دن یہ آپ کیا کہہ گئے کہ پاکستان جو ہے کرونا کا سب سے بڑا ایکسپورٹر ہے، یہ پھسلندی زبان کی یا کوئی اور معاملہ تھا؟ اصل میں جنید صاحب بندہ خود پھسل جائے یا زبان پھسل جائے یہاں تماشا بن جاتا ہے۔
لوگ مذاق اڑانا شروع کر دیتے ہیں, پھسلے ہوئے کو پکڑ کے کوئی اٹھاتا نہیں ہے. میرے جنید صاحب کزن جو ہیں وہ اپنے بچوں کو لے کے چلے گئے چڑیا گھر دیکھنے کے لیے. بارش ہوئی تھی, آپ کو پتہ ہے چڑیا گھر کی سڑکیں ذرا اونچی نیچی, تو وہ میرے کزن کی بیگم جو ہیں وہ بیچاری پھسل گئی, تو اس کے بچے تاڑیاں مارنی شروع ہو گئے ماں کو اٹھانے کی بجائے. یار میرا مطلب ہے کہ جو پھسل گیا ہے یہ ایک حادثہ ہے. اسی طرح جنید صاحب زبان کا پھسلنا بھی ایک حادثہ ہے. تو میں یہ بالکل ایکسپٹ کرتا ہوں, مانتا ہوں کہ یہ میری زبان پھسل گئی ہے. میں کہنا یہ چاہتا تھا کہ جو آلات ہیں, علاج معالجے کے آلات ہیں, اس کا سب سے بڑا ایکسپورٹر ہے ہمارا جو ملک ہے. کورونا تو جنید صاحب اللہ تعالیٰ کی طرف سے ایک آفت آئی ہے, اور یہ پچھلی حکومتوں کی کرتوتوں کی وجہ سے آئی تھی. یہ آپ نے کس طرح کہہ دیا چاہے صاحب کہ یہ پاکستان اگر سبزیاں جو ہے ہندوستان سے امپورٹ کرنا شروع کر دے تو مہنگائی آدھی رہ جائے گی؟ تو آپ یہ کر کے دیکھ لیں. کس بنیاد پہ آپ کہہ رہے ہیں؟ دیکھیں ہندوستان میں سبزیاں اور اناج بہت زیادہ ہوتا ہے, جگہ بہت ہے. اگر وہاں سے ہم امپورٹ کریں گے بھی تو آپ فکر نہ کریں, آرائیں اپنا کام یہاں کرتے رہیں. میرا کہنے کا مطلب یہ ہے کہ یہ جو اپوزیشن والے شور مچاتے ہیں کہ مہنگائی ہو گئی مہنگائی ہو گئی, یہ اپنے دور میں جنید صاحب انڈیا سے چیزیں منگواتے تھے تو چیزیں سستی تھی, ہم نے وہ بند کر دی. ہم بھی اگر منگوانا شروع ہو جائیں تو پھر سستی ہو جائیں. چوئی صاحب پچھلی دفعہ بھی ان سے ٹماٹر منگوائے تھے, ان کی کوالٹی اتنی اچھی نہیں تھی. کاکا تیرا اس گل نال کی تعلق ہے؟ ادھا ٹماٹر تیرے ارگا توتا 6 دن کھاندا. یہ ہانڈی روٹی دی گل ہو رہی ہے. یہ تو چودھری صاحب 7ویں دن بھی کھاوے ٹماٹر, لیکن یہ سیاحت ہوتا ہے, انہوں پتا ہے کہ 7ویں دن چھٹی ہوتی ہے. چودھری صاحب مہربانی کچھ اسٹرابری کی کاشت پہ بھی دھیان دیں. میں نے سنا کہ اسٹرابری کھانے سے رنگ لال ہوتا ہے. وہ تھوڑا بہت مدم ہوا ہو تو لال ہو جاتا ہے, زیادہ ستیہ ناس وجہ ہوئے تو پھر پینٹ ہی کرانا پڑے. یہاں میں لینا ایک چھوٹا سا وقفہ, ہمارے ساتھ رہیے گا. آج کل سردیاں ہیں اور ہم تو سایہ چادر لے کے, صرف خواتین ہی نہیں مرد حضرات بھی چادر شادر لے کے تو موٹر سائیکل پہ بیٹھتے ہیں. جی بالکل. وہ بھی بڑی خطرناک ہے. دوسرے سیگمنٹ میں ذکر کر رہے تھے ٹریفک کے حوالے سے, تو آج میرے ذہن میں بد تہذیبیاں بھی ٹریفک کے حوالے سے ہی, جس میں ایک دفعہ ذکر ہم نے پہلے بھی کیا تھا کہ موٹر سائیکل یا رکشے والے جو ہوتے ہیں نا جی, موٹر سائیکل اور رکشے والے, ویسے تو کار والے بھی کئی ایسے کرتے ہیں, مگر موٹر سائیکل اور رکشے والے اکثر موٹر سائیکل چلاتے ہوئے, بائک چلاتے ہوئے سگریٹ پیتے ہیں. وہ بڑا خطرناک, وہ ان کے اپنے لیے بھی خطرناک ہو سکتا ہے, اور جو پیچھے سے لوگ آ رہے ہیں یا ادھر ادھر باقی ٹریفک جو ہے, وہ سگریٹ کی جو راکھ ہوتی ہے وہ آگے جلتے جلتے ایک اتنی سی گولی سی بن جاتی ہے جو جل رہی ہوتی ہے. اسی وقت وہ تیز ہوا سے وہ پوری کی پوری نکل کے کسی کی آنکھ میں چلی جاتی ہے, یا کسی کی گاڑی میں چلی جاتی ہے, یا کسی کے اوپر آ کے گر جاتی ہے. اس لیے میرا خیال ہے کہ کم از کم جہاں ہم یہ چیخ رہے ہوتے ہیں کہ موٹر سائیکل چلاتے ہوئے یا گاڑی چلاتے ہوئے فون کا استعمال نہ کریں, وہاں پہ خدا کے واسطے سگریٹ بھی نہ پیا کریں. آپ نے نہیں چھوڑنا, آپ کو شوق ہے پینے کا, تو جب آپ اتریں گے جا کے موٹر سائیکل سے یا گاڑی سے یا رکشے سے, جب آپ ایک سائیڈ پہ کھڑے ہوں گے یا جہاں اتریں گے وہاں جا کے پی لیجیے. آپ نے کون سا 72 گھنٹے موٹر سائیکل چلانے؟ میرا مطلب ہے کہ ابھی 15-20 منٹ, آدھے گھنٹے کے بعد آپ سٹاپ کر لیں. اچھا, دوسری جو آج کل بڑی اہم نظر آ رہی ہے, جس بات تہذیبی کی وجہ سے یہ آج سوچا تھا کریں گے, آج کل سردیاں ہیں اور ہم تو سایہ چادر لے کے, صرف خواتین ہی نہیں مرد حضرات بھی چادر شادر لے کے تو موٹر سائیکل پہ بیٹھتے ہیں. جی بالکل. وہ بھی بڑی خطرناک ہے. بالکل سر. کیونکہ جس طرح ہم خواتین کے لیے کہتے ہیں کہ دوپٹہ پہیے میں آ جاتا ہے, یا دوسرے کسی کی آنکھ میں لگ سکتا ہے اڑ کے, یا پرابلم بن سکتا ہے, اسی طرح مردانہ جو شال ہے یا چادر ہے وہ بھی خطرناک چیز ہے موٹر بائک پہ خاص طور پہ بیٹھے ہوئے بندے کے لیے. گاڑی شاڑی میں تو چلو بندہ بیٹھا ہوتا ہے تو چلو نہیں وہ اڑتا یا ٹائر میں نہیں آتا, موٹر بائک پہ یہ بھی مساوی خطرناک ہے جس طرح خواتین کا دوپٹہ وغیرہ ہوتا ہے. ایک اور موٹر سائیکل کے حوالے سے ہی بات تہذیبی, جس پہ وہ تو غیر قانونی کام ہے, جس پہ بے تحاشا لوگ جو ہیں وہ ڈسکس کرتے ہیں, اس کو ہم نہیں ختم کر پا رہے اور نہ ہی ہماری ٹریفک پولیس. موٹر بائک کی پچھلی بتی جو ہے نا جی,
اس کی کوئی اہمیت نہیں رہی ہمارے ذہن میں. بالکل صحیح. تو میں نے خود کئی دفعہ یہ دیکھا ہے کہ گاڑی پیچھے سے لگ گئی ہے, یا مین روڈ پہ یا ہائی وے پہ جاتے ہوئے آپ دیکھتے ہیں کہ آپ کو ایک سر پہ جا کے پتہ چلتا ہے کہ آگے موٹر سائیکل ہے, کیونکہ آپ کو لائٹ نہیں بتانا ہے نا جی کہ آگے کوئی چیز جا رہی ہے. رات بریکنگ ڈسٹنس ہوتا نہیں ہے پھر. تو رات کے وقت اگر موٹر بائک کی پیچھے والی بتی نہیں جل رہی, جو کہ آپ موٹر سائیکل والے سمجھتے ہیں کہ یہ ہو نہ ہو مجھے کیا, جو کہ انتہائی عام ہے, تو وہ ایکسیڈنٹ بڑا خطرناک ہو سکتا ہے. اور پھر صرف آپ کا ہی نہیں ہو سکتا, آپ موٹر بائک پہ جاتے ہوں اگر آپ, تو وہ جو پیچھے آ رہا ہے یا جو کار والے ہیں وہ بھی کہیں آپ کو بچاتے ہوئے اپنا بہت بڑا نقصان کرا سکتے ہیں, کوئی جانی نقصان ہو سکتا ہے. اس لیے خدا کے واسطے یہ چھوٹی چھوٹی جو چیزیں ہیں یہ ہیں تو غیر قانونی, مگر ہم چلیں اسے بد تہذیبی میں ہی ذکر کرتے ہیں کہ یہ نہیں ہونی چاہیے. اچھا, جہاں پہ ہم بیک بتی کی بات کر رہے ہیں کہ نہیں لگاتے, وہاں پہ آج کل کچھ من چلے لڑکے جو ہیں وہ جو پولیس کی جیسے وہ لائٹیں ہوتی ہیں سیکورٹی والی یا ایمبولینس والی جلنے بجھنے والی, وہ موٹر بائکوں پہ لگا کے پھر رہے ہیں. بالکل, وہ بھی انتہائی خطرناک. جی, ویسے بندہ خام کا اپنے آپ کو ایس ایچ او سمجھ رہا ہوتا, حالانکہ 3-4 جیب تراشی کے مقدمات میں خود مطلوب ہوتا ہے. ہاں جی, بلکہ جب لڑکا جو ہے وہ ہیلمٹ نہ پہنی ہو نا, تو اگر ٹریفک وارڈن کو دیکھ لے تو ٹرک کے پیچھے لوکرا ہوتا لائٹ جو ہے وہ ایس ایچ او والی لگائی. یار موٹر سائیکل کے حوالے سے سب سے زیادہ ضروری بات, بلکہ میری ذاتی رائے میں ہیلمٹ سے بھی زیادہ ضروری چیز یہ ہے, کئی دفعہ ذکر کر چکے ہیں کہ بائک پہ ریئر ویو میرر جو پیچھے دیکھنے والا شیشہ ہے, کم از کم چلے 2 نہیں 1 لگا لیں. اس سے آپ کی بائک کی خوبصورتی پہ یا آپ کے حسن پہ, آپ کی گریس پہ کوئی فرق نہیں پڑتا. اتنے بڑے اتنے زیادہ ایکسیڈنٹ اس کی وجہ سے ہوتے ہیں. آپ نے کبھی دیکھا ہے کہ گاڑی والا آ رہا ہے اور موٹر سائیکل والے نے پیچھے مڑ کے دیکھا ہے؟ نیور, کبھی نہیں دیکھا. اس کا ایک اندازہ ہی ہے کہ پیچھے سے کوئی گاڑی آ رہی ہے یا نہیں آ رہی, تو گاڑی والا اس کو ہٹ کرتا ہے, گاڑی والے کا کچھ نہیں جاتا, آپ موت کے منہ میں چلے جاتے ہیں, سر میں چوٹ لگتی ہے آپ چلے جاتے ہیں. ہاں جی, اور میں نے یہ بھی دیکھا کہ یہ جو عام اندر کی سڑکیں ہیں نا شہر کی, اندرون شہر کی جو سڑکیں ہوتی ہیں شہری علاقوں کی, وہاں بھی بچے اتنی تیز موٹر بائک چلاتے ہیں. ینگ جو لڑکے ہیں وہ خاص طور پہ نا جی اپنی بہن کو یا اپنے والدہ کو بٹھا کے اتنی بری موٹر سائیکل چلاتے ہیں, اتنی تیز, اور وہ خاتون جو ہیں بیٹھی ہوئی وہ بھی نہیں کہہ رہی ہوتی, وہ خوش ہو رہی ہوتی ہیں کہ میرا نکاح جنا پرا کٹی ودیا موٹر سائیکل چلا. خدا کے واسطے سمجھائیں, آپ لوگوں کا فرض بنتا ہے. چھوٹے چھوٹے بچے باہر کے ممالک میں اپنے والدین سے لڑنا شروع ہو جاتے ہیں کہ آپ کیوں گاڑی تیز چلا رہے ہیں, یا آپ کیوں وائلیشن کر رہے ہیں, یا آپ نے کیوں سگنلز کا خیال نہیں کیا, ٹریفک سگنلز کا. تو یہاں پہ ہم لوگ خوش ہو رہے ہوتے ہیں ساتھ بیٹھ کے, جو انتہائی بری بات ہے. بچی کو ایک کو میں نے دیکھا ہے, وہ اپنے اس کا ہسبینڈ تھا یا اس کا بھائی تھا, دونوں ایک جیسی عمر کے تھے, تو بہت برا ان کا ایکسیڈنٹ ہوا, بہت خطرناک, اور اتنی تیز وہ موٹر سائیکل چلا رہا تھا کہ میں آپ کو بتا نہیں سکتا. یار تم اگر ساتھ خاتون کو لے کے نکلے ہوئے ہو, تمہاری بہن ہے یا بیگم ہے, تو خدا واسطے جانے دو, تھوڑا سا احساس کرو. بالکل, آپ ایک دم تماشا بن جاؤ گے, آپ کو یہ اندازہ نہیں ہے کہ آپ کا کتنا بڑا نقصان ہونے والا ہے جو آپ جس سپیڈ پہ آپ جا رہے ہیں. ناظرین, یہ تھا آج کا اسپیال, اور آج کی چھوٹی سی بات یہ کہ اگر آپ خود کو دولت مند محسوس کرنا چاہتے ہیں تو ان چیزوں کا شمار شروع کر دیں جو بغیر کسی پیسے کے آپ کو ملی ہوئی ہیں. خوش رہیں, خوش رکھیں. آپ سے ملاقات ہوگی انشاءاللہ کل. اللہ حافظ.